किसान एकता, किसान एकता। किसान को दाम नहीं दाम चाहिए, हमें अपनी फसल का पूरा दाम कानूनी गारंटी के साथ चाहिए। जिंदाबाद। अज हैगी 27 दसंबर 2020 ਤੇ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆਂ। ਤਿਆਰ ਹੋ ਗਏ ਆਪਾਂ ਤੇ ਚੱਲਦੇ ਆਂ ਅੱਗੇ ਨੂੰ ਤੇ ਵੇਖਦੇ ਆਂ ਵੀ ਅੱਜ ਕੋਈ ਕੀ ਕੁਝ ਪ੍ਰੋਗਰਾਮ ਨੇ। ਕੱਲ ਕਾਫੀ ਇੱਥੇ ਪਿੱਛੇ ਜਿੱਥੇ ਆਪਾਂ ਸੀਗੇ ਇਸ ਤੋਂ 4-5 ਕਿਲੋਮੀਟਰ ਲੰਮਾ ਜਾਮ ਲੱਗ ਚੁੱਕਿਆ ਤੇ ਕੱਲ ਜਿਵੇਂ ਹਨੂਮਾਨ ਬੈਰੀਵਾਲ ਜੀ ਨੇ ਇੱਥੇ ਰੈਲੀ ਕੀਤੀ ਸੀ ਤੇ ਆਏ ਸੀਗੇ ਥੋੜਾ ਚਿਰ ਇੱਥੇ ਤੇ ਚੱਲ ਗਏ ਆਪਦਾ ਮਤਲਬ ਆਪਦਾ ਨੇ ਦੱਸਿਆ ਸ਼ਕਤੀ ਪ੍ਰਦਰਸ਼ਨ ਦਿਖਾਇਆ ਸੀ ਵੀ ਜਿੰਨੇ ਇੱਕ ਬੰਦੇ ਸੀ ਉਹ ਕੋਈ ਆਪਾਂ ਪਾਰਟੀ ਦਾ ਸਟੰਟ ਕਹਿ ਸਕਦੇ ਆ ਤੇ ਉਹ ਆ ਕੇ ਚਲੇ ਗਏ ਤੇ ਹੁਣ ਬਾਕੀ ਇੱਥੇ ਰਹਿਣ ਜਿਹੜੇ ਮੇਨਲੀ ਜਿਹੜੇ ਟਿਕਣ ਵਾਲੇ ਕਿਸਾਨ ਉਹ ਬਹੁਤ ਹੀ ਮਤਲਬ ਥੋੜੇ ਨੇ ਇਸ ਟਾਈਮ ਵੀ ਤੇ ਹਜੇ ਵੀ ਆਪਣੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਛੇਤੀ ਤੋਂ ਛੇਤੀ ਇੱਥੇ ਪਹੁੰਚੋ, ਘਰਾਂ ਚੋਂ ਨਿਕਲੋ ਬਾਹਰ, ਆਪਦੇ ਕੰਫਰਟ ਜ਼ੋਨ ਚੋਂ ਨਿਕਲੋ ਬਾਹਰ ਤੇ ਆਪਾਂ ਇੱਥੇ ਆਈਏ ਤੇ ਸੰਘਰਸ਼ ਦਾ ਹਿੱਸਾ ਬਣੀਏ। ਮੈਂ ਨਹੀਂ ਕਹਿੰਦਾ ਵੀ ਤੁਸੀਂ ਮਹੀਨਾ 4 ਮਹੀਨੇ ਜਿੰਨਾ ਚਿਰ ਤੁਸੀਂ ਥੋੜਾ ਟਾਈਮ ਆਓ, ਹਫਤਾ ਆਓ 2 ਹਫਤੇ ਆਓ, ਘਰੇ ਜਾਓ 10-15 ਦਿਨਾਂ ਵਾਸਤੇ, ਫਿਰ ਤੁਸੀਂ ਆ ਜਾਓ ਤੇ ਆਪਾਂ ਸੰਗਠਨ ਦਾ ਹਿੱਸਾ ਬਣੀਏ ਤੇ ਇੱਥੋਂ ਕੁਝ ਜਿੱਤ ਕੇ ਲੈ ਕੇ ਜਾਈਏ। ਤੇ ਆਹ ਹਾਈਵੇ ਬਲੌਕ ਹੋਣ ਦੇ ਕਾਰਨ ਦੇ ਜਿੰਨਾ ਵੀ ਟ੍ਰੈਫਿਕ ਆ ਮੈਂ ਤੁਹਾਨੂੰ ਦਿਖਾਉਣਾ ਉਹ ਥੱਲੋਂ ਦੀ ਜਿਹੜੇ ਆ ਲਿੰਕ ਰੋਡ ਨੇ ਉੱਥੋਂ ਦੀ ਕ੍ਰੋਸ ਹੋ ਰਿਹਾ ਆ। ਮੈਂ ਤੁਹਾਨੂੰ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਇੱਧਰ ਰਾਜਸਥਾਨ ਦੀ ਪੁਲਿਸ ਵਾਲੀ ਚੌਂਕੀ ਆ, ਚੌਂਕੀ ਜਿਹੜੀ ਆ ਜ਼ੂਮ ਕਰਦਾ ਮੈਂ ਤੇ ਜਿੰਨਾ ਟ੍ਰੈਫਿਕ ਆ ਉਧਰ ਬੈਰੀਅਰ ਲੱਗੇ ਨੇ। ਜੇ ਐਂਟਰੀ ਕਿਸੇ ਨੇ ਕਰਨੀ ਆ ਉਹ ਪੁਲਿਸ ਵਾਲੇ ਜਿਵੇਂ ਖੜੇ ਆ ਉਹ ਪੁੱਛ ਕੇ ਤੇ ਗਾਂ ਜਿੱਦਾਂ ਵੀ ਕਿਸਾਨ ਧਰਨੇ ਜੇ ਜਾਣਾ ਉਹਨੂੰ ਹੀ ਗਾਂ ਜਾਣ ਦਿੰਦੇ ਆ, ਆਮ ਬੰਦੇ ਨੂੰ ਨਹੀਂ ਜਾਣ ਦਿੰਦੇ। ਆਮ ਬੰਦੇ ਨੂੰ ਇੱਧਰ ਡਾਇਵਰਟ ਕਰ ਦਿੱਤਾ ਜਾਂਦਾ ਸ਼ਹਿਰ ਵੱਲ ਨੂੰ। ਚਲੋ ਆਪਾਂ ਅੱਗੇ ਜਾ ਕੇ ਵੇਖਦੇ ਆ ਕੀ ਤਿਆਰੀਆਂ ਹੋ ਰਹੀਆਂ, ਅੱਜ ਕੀ ਕੁਛ ਚੱਲ ਰਿਹਾ। ਮੇਨ ਜਿੱਥੇ ਆਪਣੇ ਆ ਕੇ ਸਪੀਚ ਦਿੰਦੇ ਨੇ ਸਾਰੇ ਉੱਥੇ ਆਪਾਂ ਚੱਲਦੇ ਆ ਤੇ ਆਪਾਂ ਵੇਖਦੇ ਆ ਵੀ ਉੱਥੇ ਕੀ ਕੁਛ ਹੋ ਰਿਹਾ। ਵੀ ਕੱਲ ਵੀ ਮੈਂ ਸੁਣਿਆ ਸੀ ਰਾਤ ਨੂੰ ਕੋਈ ਇੱਥੇ ਇੱਕ ਨਿੱਕੀ ਜਿਹੀ ਘਟਨਾ ਹੋਈ ਆ। RSS ਦੇ ਕੋਈ ਬੰਦੇ ਆਏ ਸੀਗੇ, ਪਾਰਟੀ ਦੇ ਬੰਦੇ ਦੱਸਦੇ ਆ ਵੀ ਹੁਣ ਕਨਫਰਮ ਨਹੀਂ ਗਏ ਮੈਨੂੰ, ਤੇ ਉਹਨਾਂ ਨੇ ਮਤਲਬ ਇੱਥੇ ਆ ਕੇ ਦਬਕੇ ਦੁਬਕੇ ਮਾਰੇ ਆ ਵੀ ਜਿਵੇਂ ਕਹਿੰਦੇ ਤਾਂ ਤੁਹਾਨੂੰ ਇੱਥੇ ਤੁਸੀਂ ਲੰਗਰ ਆਪਣੇ ਜਿਹੜੇ ਸਿੱਖਾਂ ਨੇ ਲੰਗਰ ਲਾਇਆ ਤੇ ਉਹਨਾਂ ਦਾ ਕਹਿੰਦੇ ਸੀ ਵੀ ਤੁਸੀਂ ਇੱਥੇ ਲੰਗਰ ਕਿਉਂ ਲਾਇਆ ਜਾਂ ਐਵੇਂ ਮਤਲਬ ਐਜੀਟੇਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਜੇ ਵੀ ਕਿਸੇ ਵੀ ਹੱਦ ਤੱਕ ਵੀ, ਕਿਉਂਕਿ ਆ ਜਿਹੜਾ ਸੀਗਾ ਪਹਿਲਾਂ ਬਹੁਤ ਛੋਟਾ ਸੀ ਇੱਥੇ ਕਾਫਲਾ, ਇਹ ਕਾਫਲਾ ਬਹੁਤ ਲੰਮਾ ਹੋ ਚੁੱਕਿਆ ਹੁਣ ਤੇ ਹੁਣ ਇਸ ਕਾਫਲੇ ਤੋਂ ਵੀ ਉਹਨਾਂ ਨੂੰ ਡਰ ਲੱਗ ਗਿਆ ਵੀ ਇੱਥੇ ਵੀ ਆਪਾਂ ਇਹ ਵੀ ਕਹਿੰਦੇ ਇਹਨੂੰ ਦਬਾਲੀਏ, ਕੀ ਪਤਾ ਦੂਜੇ ਵਾਲੇ ਵੀ ਦਬ ਜਾਣ, ਪਰ ਕਿਸਾਨ ਇੱਥੇ ਦਬਣ ਵਾਲੇ ਹੈ ਨਹੀਂ, ਨਾ ਆਪਾਂ ਦਬੇ ਆ ਤੇ ਨਾ ਦਬਣਾ। ਤੇ ਤਾਂ ਕਰਕੇ ਹੁਣ ਆਪਾਂ ਅੱਗੇ ਚੱਲ ਕੇ ਵੇਖਦੇ ਆ ਵੀ ਕੀ ਕੁਛ ਤਿਆਰੀਆਂ। ਆਓ ਅੱਗੇ ਚੱਲਦੇ ਹਾਂ। ਹਾਂਜੀ ਹੁਣ ਮੈਂ ਤੁਹਾਨੂੰ ਵਿਖਾਉਣਾ ਵੀ ਜਿੱਥੇ ਮੀਟਿੰਗਾਂ ਹੁੰਦੀਆਂ ਜਿਵੇਂ ਕਿ ਸਾਰੇ ਸੰਗਠਨ ਆ ਜਿਵੇਂ ਅੱਡ ਜਿਵੇਂ ਤਾਂ ਉਹ ਆਪਦੇ ਬੁਲਾ ਕੇ ਜਿੰਨੇ ਵੀ ਕਿਸਾਨ ਵੀਰਾਂ ਨੂੰ ਇੱਥੇ ਮੀਟਿੰਗਾਂ ਕਰਦੇ ਆ ਤੇ ਉਹ ਵੇਖਦੇ ਵੀ ਸਾਰਾ ਦਿਨ ਵੀ ਆਪਾਂ ਕੀ ਕਰਨਾ ਜਾਂ ਇਸ ਤੋਂ ਬਾਅਦ ਆਪਣਾ ਕੀ ਐਕਸ਼ਨ ਪਲਾਨ ਹੋਊਗਾ। ਰਾਤ ਨੂੰ ਸ਼ਾਮ ਨੂੰ ਵੀ ਮੀਟਿੰਗ ਹੁੰਦੀ ਆ, ਜਿਹੜੇ ਮੇਨ ਮੁਖੀ ਆ ਸਾਰੇ ਸੰਗਠਨਾਂ ਦੇ ਉਹ ਜਾਂਦੇ ਆ ਉੱਥੇ ਜਾ ਕੇ ਸਲਾਹ ਮਸ਼ਵਰਾ ਕਰਦੇ ਆ ਤੇ ਅਗਲੇ ਦਿਨ ਸਵੇਰੇ ਤੇ ਉਹ ਸਾਰੇ ਜਿਹੜੇ ਕਿਸਾਨ ਵੀਰਾਂ ਨੂੰ ਅਗਲੇ ਦਿਨ ਜਿਹੜੇ ਹੁੰਦੇ ਆ ਵੀ ਜਿਹੜੇ ਉੱਥੇ ਸ਼ਾਮ ਨੂੰ ਨਹੀਂ ਜਾਂਦੇ ਤੇ ਕਿਉਂਕਿ ਉੱਥੇ ਇੰਨੀ ਮਤਲਬ ਭੀੜ ਇਕੱਠੀ ਕਰ ਨਹੀਂ ਸਕਦੇ, ਸਾਰਿਆਂ ਨੂੰ ਬੁਲਾ ਨਹੀਂ ਸਕਦੇ, ਉਹ ਇੱਥੇ ਆਪਦੇ ਸੰਗਠਨਾਂ ਨੂੰ ਇੱਥੇ ਬਾ ਕੇ ਜਿਹੜੇ ਨਾਲ ਜਿਹਨਾਂ ਬੰਦਿਆਂ ਨਾਲ ਲਿੰਕ ਨੇ ਉਹਨਾਂ ਨੂੰ ਸਾਰਿਆਂ ਨੂੰ ਦੱਸਦੇ ਵੀ ਆਪਾਂ ਹੁਣ ਅਗਲਾ ਨੈਕਸਟ ਆਪਣਾ ਕਦਮ ਕੀ ਆ, ਆਪਾਂ ਅੱਗੇ ਸਾਰਾ ਦਿਨ ਕਰਨਾ ਕੀ ਆ। ਤੇ ਹੁਣ ਇਸ ਕਰਕੇ ਹੁਣ ਇੱਥੇ ਤੁਹਾਨੂੰ ਦਿਖਾਊਂਗਾ ਹੁਣ ਮੈਂ ਵੀ ਕੀ ਮੀਟਿੰਗ ਚੱਲ ਰਹੀ ਆ ਤੇ ਇਸ ਤੋਂ ਬਾਅਦ ਐਕਸ਼ਨ ਪਲਾਨ ਕੀ ਹੋਊਗਾ ਉਹ ਵੀ ਸਾਰਾ ਤੁਹਾਨੂੰ ਦਿਖਾਊਂਗਾ। ਆਜੋ ਚੱਲਦੇ ਆਪਾਂ ਉੱਧਰੋਂ। तिरंगे थल्ले इकट्ठे होया करेंगे, इस गल तो सारे सहमत हो बई। ਹੁਣ ਜਿਵੇਂ ਕਿ ਆਪਾਂ ਨੂੰ ਰੇਸ਼ਮ ਬਾਈ ਨੇ ਕਿਹਾ ਸੀਗਾ ਵੀ ਆਪਾਂ ਇੱਥੇ ਖੜੇ ਹੋ ਕੇ ਮੋਦੀ ਦਾ ਵਿਰੋਧ ਕਰਦੇ ਤਾਲੀਆਂ ਵਜਾਉਂਦੇ ਆਪਾਂ ਉੱਥੇ ਤੱਕ ਜਾਣਾ, ਉਹ ਆ ਜਾਂਦੇ। ਉਦੋਂ ਬਾਅਦ ਫਿਰ ਆਪਾਂ ਨਾਮ ਚੱਲਣਾ। ਇੰਨੀ ਗੱਲ ਕਹਿੰਦੇ ਹੋਏ ਮੈਂ ਆਪਦੀ ਗੱਲ ਤੋਂ ਬੈਠੂੰਗਾ ਤੇ ਜੇ ਮੈਂ ਕੁਝ ਗਲਤ ਬੋਲਿਆ ਹੋਊਗਾ ਤਾਂ ਮੈਂ क्षमा ਦਾ याचक है। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆ ਤੁਸੀਂ ਵੇਖਿਆ ਸੀ ਕਿ ਇੱਥੇ ਆਹ ਰੋਡ ਦੂਜੀ ਵਾਲੀ ਸਾਈਡ ਜਿਹੜੇ ਆਪਾਂ ਬਲੌਕ ਕੀਤੀ ਜਮਾਂ ਖਾਲੀ ਸੀ ਤੇ ਇੱਕ ਦਿਨ ਦੇ ਅੰਦਰ ਹੀ ਇੱਥੇ ਪਰ ਟੈਂਟ ਲੱਗ ਤੁਸੀਂ ਵੇਖ ਸਕਦੇ ਹੋ ਸਾਹਮਣੇ ਡਿਸਪੈਂਸਰੀ ਖੁੱਲੀਆਂ ਹੋਈਆਂ। ਅੱਛੀ ਗੱਲ ਜੀ।
ਟੈਂਟ ਦੀ ਸੇਵਾ ਇਹ ਕਪੂਰਥਲੇ ਵਾਲੇ ਵੀਰਾਂ ਨੇ ਕੀਤੀ ਆ। ਜਿੰਨੇ ਟੈਂਟ ਦੀ ਸੇਵਾ ਆ ਜਿਹੜੇ ਤੁਸੀਂ ਟੈਂਟ ਵੇਖ ਰਹੇ ਹੋ ਵੱਡੇ ਵਾਲੇ, ਇਹ ਕਪੂਰਥਲੇ ਵਾਲੇ ਵੀਰਾਂ ਨੇ ਕੀਤੀ ਹੋਈ ਆ। ਉਹ ਆਏ ਸੀ ਕੱਲ, ਗੱਡੀ ਭਰ ਕੇ ਆਈ ਸੀ ਇੱਥੋਂ। ਤੇ ਆ ਸਾਰੇ ਜਿੰਨੇ ਟੈਂਟ ਕਪੂਰਥਲੇ ਵਾਲੇ ਵੀਰਾਂ ਨੇ ਲਾ ਰੱਖੇ, ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਬੈਨਰ ਲੱਗੇ ਹੋਏ ਆ। ਤੇ ਇੱਕ ਹੋਰ ਵਧੀਆ ਚੀਜ਼ ਮੈਂ ਤੁਹਾਨੂੰ ਦਿਖਾਉਣਾ, ਤੇ ਇੱਥੇ ਆਪਣੇ ਮੇਰੇ ਹਿਸਾਬ ਨਾਲ ਇਹ ਪਦਮਪੁਰ ਏਰੀਆ, ਗੰਗਾਨਗਰ ਏਰੀਆ ਤੋਂ ਆਏ ਆ ਕਿੰਨੂ ਲੈ ਕੇ। ਇੱਥੇ ਕਿੰਨੂ ਤੇ ਨਾਲ ਲੱਕੜਾ, ਕਿੰਨੂਆਂ ਦੀ ਸੇਵਾ ਲੱਗੀ ਹੋਈ ਆ। ਆ ਵੇਖੋ ਜੀ ਸੇਵਾ ਕਿੰਨੂਆਂ ਦੀ। ਇੱਧਰ ਵੀਰ ਬੈਠੇ ਨੇ ਆਪਣੇ, ਲੰਗਰ ਲੱਗਿਆ ਹੋਇਆ ਕਿੰਨੂਆਂ ਦਾ। ਲੈ ਲਓ ਬਾਈ। ਵੀਰੇ ਕਿਹੜੇ ਸ਼ਹਿਰ ਤੋਂ ਆਏ? ਪਦਮਪੁਰ ਤੋਂ ਬਾਈ। ਅੱਛਾ ਪਦਮਪੁਰ ਤੋਂ, ਠੀਕ ਹੈ ਵੀਰੇ। ਕਿਹੜਾ ਪਿੰਡ? 46000 ਦੀ। 46000 ਦੀ, ਠੀਕ ਹੈ ਵੀਰੇ। ਮੈਂ ਵੀਰੇ ਕਰਨਪੁਰ ਤੋਂ ਹੀ। ਕਰਨਪੁਰ ਤੋਂ? ਹਾਂ 31 ਪਿੰਡ ਮੇਰਾ। ਕਦੋਂ ਦੇ ਆਏ ਹੋ ਤੁਸੀਂ? ਮੈਨੂੰ ਤਾਂ ਵੀਰੇ 4 ਦਿਨ ਹੋ ਗਏ ਆਏ ਨੂੰ। 4 ਦਿਨ? ਹਾਂ ਚਲੋ ਵਧੀਆ। ਅੱਗੇ ਹੁਣ ਇੱਥੇ ਆਪਣੇ ਮੋਦੀ ਦੀ ਮਨ ਕੀ ਬਾਤ ਦਾ ਆਪਣੇ ਪ੍ਰਦਰਸ਼ਨ ਹੋ ਰਿਹਾ, ਤੇ ਜਿੱਦਾਂ ਕਿ ਬੈਰੀਕੇਡ ਕੋਲੇ ਭੀੜ ਵਰੀ ਤੇ ਇਹਨਾਂ ਨੇ ਜੈਮਰ ਵਾਲੀ ਗੱਡੀ ਅੱਗੇ ਲਿਆਂਦੀ। ਜੈਮਰ ਵਾਲੀ ਗੱਡੀ ਅੱਗੇ ਆ ਗਈ ਕਿਉਂਕਿ ਅੱਗੇ ਬੈਰੀਕੇਡ ਕੋਲੇ ਭੀੜ ਵੱਧ ਗਈ ਆ। ਤੇ ਹੁਣ ਤੁਸੀਂ ਸੁਣੋ, ਅਨਾਉਂਸਮੈਂਟ ਹੋ ਰਹੀ ਆ, ਸਾਰਿਆਂ ਨੂੰ ਬਹਿਣ ਦਾ ਕਿਹਾ ਗਿਆ। ਅੱਗੇ ਵੀ ਵੇਖੋ ਤੁਸੀਂ, ਅੱਗੇ ਕਾਫੀ ਲੋਕ ਤੁਰੇ ਜਾ ਰਹੇ ਨੇ। ਜਾਂ ਆਪਾਂ ਬੈਰੀਕੇਡਿੰਗ ਕੋਲੇ ਪਹੁੰਚ ਚੱਲੇ, ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਵੀ ਮੋਲ ਕੀ ਆ। ਮੋਦੀ ਦੀ ਮਨ ਕੀ ਬਾਤ ਦਾ ਵਿਰੋਧ ਹੋ ਰਿਹਾ ਥਾਲੀਆਂ ਵਜਾ ਕੇ, ਜਾਂ ਕਿਸੇ ਵੇਖੋ ਤੁਸੀਂ ਇੱਥੇ ਥਾਲੀਆਂ ਵਜਾ ਕੇ, ਢੋਲ ਵਜਾ ਕੇ ਪ੍ਰਦਰਸ਼ਨ ਹੋ ਰਿਹਾ ਤੇ ਛੰਦ ਵਜਾਇਆ ਜਾ ਰਿਹਾ। ताकि सभा को चलाया जा सके और हम अपने वक्तव्यों की बात सुन सके। बॉर्डर कोले पूरे उत्ते ਹੁਣ ਜਿਹੜੀ ਬੈਰੀਕੇਡਿੰਗ ਦੇ ਉੱਤੇ ਆਪਣੇ ਕੱਲਾ ਤਿਰੰਗਾ ਹੀ ਲੱਗਾ ਹੋਇਆ ਤੇ ਦੂਜਾ ਝੰਡਾ ਕੋਈ ਨਹੀਂ ਲੱਗਣ ਦਿੱਤਾ ਜਾਊਗਾ। झंडा न लगाए। ਜਿਹੜਾ ਇੱਥੇ ਬੈਰੀਅਰ ਜਿਹੜੀ ਆਪਾਂ ਉਦਨ ਰੋਡ ਰੋਕੀ ਸੀਗੀ, ਤੇ ਦੂਜੀ ਸਾਈਡ ਤੁਸੀਂ ਵੇਖਿਆ ਕਾਫੀ ਸਾਰੇ ਝੰਡੇ ਲੱਗੇ ਹੋਏ ਸੀਗੇ। ਸਿਰਫ ਇੱਥੇ ਇੱਕ ਹੀ ਝੰਡਾ ਕੱਲਾ ਤਿਰੰਗਾ, ਤੇ ਦੂਜਾ ਇੱਕ ਹੀ ਕੱਲਾ ਸੰਯੁਕਤ ਕਿਸਾਨ ਮੋਰਚੇ ਦਾ ਬੈਨਰ ਲੱਗਾ ਹੋਇਆ। ਹੋਰ ਕੋਈ ਇੱਥੇ ਬੈਨਰ ਨਹੀਂ ਲੱਗੂਗਾ। ਨਾਲ ਮੇਰੇ ਕਾਫੀ ਵੀਰ ਭਰਾ ਖੜੇ ਨੇ, ਤੇ ਇਹਨਾਂ ਨੇ ਬੜਾ ਹੀ ਮਤਲਬ ਇੱਥੇ ਹੱਲਾ ਮਾਰਿਆ ਤੇ ਆਪਣੇ ਤਿਰੰਗੇ ਨੂੰ ਕੱਲੇ ਨੂੰ ਇੱਥੇ ਥਾਂ ਮਿਲੀ ਆ। ਨਹੀਂ ਤਾਂ ਪਹਿਲਾਂ ਹਰ ਪਾਰਟੀ ਆਪਦਾ ਝੰਡਾ ਲੈ ਕੇ ਪਹੁੰਚੀ ਸੀ ਇੱਥੇ, ਤੇ ਇੱਥੇ ਕੱਲਾ ਹੁਣ ਰਾਤ ਨੂੰ ਮੀਟਿੰਗ ਹੋਈ ਸੀ, ਉਹਦੇ ਵਿੱਚ ਫੈਸਲਾ ਕੀਤਾ ਗਿਆ ਸੀ ਵੀ ਕੱਲਾ ਤਿਰੰਗਾ ਹੀ ਅੱਗੇ ਹੋਊਗਾ, ਤੇ ਹੋਰ ਬਾਕੀ ਝੰਡੇ ਸਾਰੇ ਪਿੱਛੇ ਆਪਦੀ ਟਰਾਲੀ ਤੇ ਲਾ ਸਕਦੇ ਆ, ਤੇ ਜਿਹੜਾ ਅੱਗੇ ਫਰੰਟ ਤੇ ਰਹੂਗਾ ਕੱਲਾ ਤਿਰੰਗਾ ਹੀ ਰਹੂਗਾ। ਤੇ ਇੱਥੇ ਮੀਟਿੰਗ ਚੱਲ ਰਹੀ ਆ, ਤੇ ਆਪਣੇ ਇੱਥੇ ਬੋਲਣ ਦਾ ਮੌਕਾ ਮਿਲੂਗਾ। ਤੇ ਸਾਰੇ ਕਿਸਾਨ ਵੀਰ ਬੈਠੇ ਨੇ, ਤੇ ਬਹੁਤ ਹੀ ਵਧੀਆ ਮਤਲਬ ਜਿਹੜੇ ਝੰਡੇ ਲੈ ਕੇ ਆਏ ਸੀਗੇ ਸਾਰੇ ਝੰਡੇ ਵਾਪਸ ਲੈ ਕੇ ਜਾ ਰਹੇ ਨੇ ਇੱਥੋਂ, ਤੁਸੀਂ ਵੇਖ ਸਕਦੇ ਹੋ। ਜਿੰਨੇ ਝੰਡੇ ਇਕੱਠੇ ਕਰਕੇ ਵਾਪਸ ਲੈ ਗਏ, ਤੇ ਇੱਥੇ ਤੁਹਾਨੂੰ ਕਹਿੰਦੇ ਅੱਜ ਕੋਈ ਵੀ ਝੰਡਾ ਜਿਹੜੇ ਬੈਠੇ ਉਹਨਾਂ 'ਚ ਨਹੀਂ ਵੇਖੂਗਾ। किसान एकता जिंदाबाद, किसान एकता जिंदाबाद। साथियों, कोई टिकरी बॉर्डर पे है, कोई सिंगू बॉर्डर पे है, कोई शाहजहांपुर पे है, कोई गाजीपुर पे है, कोई दूसरे 6 जगह से बॉर्डर लगे हुए। मोर्चे 6 हैं लेकिन आंदोलन एक। चिट्ठियां किसान आंदोलन के नाम आती हैं, लेकिन किसान आंदोलन के लिए है नहीं। बातचीत इसलिए रुकी हुई है कि 5 दिसंबर को जब हमारे साथी वहां बात करने गए तो सरकार ने कहा कि ये 3 कानून रद्द तो नहीं करेंगे, संशोधन करवाने हैं तो बात कर लो। और फिर सरकार के प्रतिनिधियों ने मीटिंग में कहा हम ये संशोधन कर देंगे, ये संशोधन कर देंगे, ये संशोधन कर देंगे। हमारे प्रतिनिधियों ने कहा हम संशोधन करवाने नहीं आए, हम ये कानून रद्द करवाने के लिए आए हैं। प्रस्ताव लिख के भेज दो। उन्होंने कहा ठीक है जी। फिर ऊपर वालों का फोन आया, अमित शाह का फोन आया। 8 तारीख को हमारे साथी अमित शाह से मिलने गए। अमित शाह ने साफ बोल दिया
कि जी कानून तो रद्द नहीं होंगे। और ये भी बोल दिया कि एमएसपी सब किसानों को देना तो संभव ही नहीं। हमारे साथी बात को खत्म करके वापस आ गए। अगले दिन 9 तारीख को सरकार ने लिखित संशोधन भेज दिया, लिखित प्रस्ताव भेज दिया। वो प्रस्ताव क्या था? 5 तारीख को सरकार ने मुंह जुबानी जो बात कही थी उसी बात को लिख के भेज दिया। जिस बात को हम 5 तारीख को खारिज करके आए थे, हम बोल के आए थे कि नहीं भाई ये संशोधन हमें मंजूर नहीं है। 9 तारीख को सरकार ने बासी रोटी दोबारा हमारे सामने रख दी कि लो जी हम ये संशोधन कर देंगे, ये संशोधन कर देंगे, ये संशोधन कर देंगे। और सरकार का जो दरबारी मीडिया है, जो मोटी मीडिया है, उसने कहना शुरू किया लो जी सरकार ने तो किसानों की बातें मान ली, ये मान ली, ये मान ली, ये मान ली। हमने कहा हमने तो मांगी ही नहीं थी। जो हमने मांगी है उसको आप बात नहीं कर रहे हो, उसका जिक्र नहीं, उसकी कोई चर्चा नहीं। और जो हमने मांगा नहीं कह रहे हो मान ली, मान ली, मान ली, ये क्या चक्कर है? तो हमने वहीं पे उस प्रस्ताव को खारिज कर दिया। हमने कहा कि जब तक आप कोई नया लिखित प्रस्ताव लेके नहीं आओगे तब तक बात नहीं होगी। और चिट्ठी आ गई। चिट्ठी बड़ी फटाफट लिखते हैं। अगर इसी तरह से किसान का काम करना शुरू कर दें, जितना जल्दी से चिट्ठी लिखते हैं उतना जल्दी किसान की कलेक्टर के ऑफिस में सुनवाई हो जाए, उतना जल्दी बैंक में सुनवाई हो जाए तो किसान की समस्या ना खत्म हो जाए। तो 23 तारीख को फिर चिट्ठी आ गई। अब कहा कि जी आप टाइम दो, आप बताओ कब बात करनी है और आप मुद्दे भी बताओ किस पे बात करनी है। हमने कहा अब आई बात लाइन पे। कहते हैं ना 100 सुनार की एक लुहार की। हमने कहा ठीक है जी, अब आप कह रहे हो ना मुद्दे हम तय करें, अब हम आपको बताते हैं मुद्दे क्या है। हमने पहला बिंदु, इन 3 कानूनों को रद्द करने की प्रक्रिया क्या होगी इसके ऊपर बात करें। दूसरा आइटम, हमने कहा कि किसान को न्यूनतम समर्थन मूल्य की कानूनी गारंटी देने का तरीका क्या होगा, इसके ऊपर चर्चा होगी। चर्चा इस पे भी नहीं होगी कि न्यूनतम समर्थन मूल्य कितना होना चाहिए, क्योंकि वो स्वामीनाथन कमीशन ने 15 साल पहले तय कर दिया था और वो हमने लिख दिया है। राष्ट्रीय किसान आयोग, स्वामीनाथन कमीशन का सरकारी नाम था राष्ट्रीय किसान आयोग। तो हमने कहा राष्ट्रीय किसान आयोग के अनुसार किसानों को न्यूनतम समर्थन मूल्य पे खरीद हो, घोषणा भी सिर्फ ना हो, खरीद कैसे हो, इसका प्रक्रिया कैसे बनेगी, कानूनी गारंटी की, इस पे बातचीत होगी। ये तो हमने तीसरा आइटम ये बनाया है कि आपका वायु प्रदूषण कानून एनसीआर का जो बना है, बाकी उसमें इंडस्ट्री के बारे में है, फैक्ट्री के बारे में है, हमारा उससे कोई मतलब नहीं है। आप जानो, फैक्ट्री वाले जाने, इंडस्ट्री वाले जाने, मगर इस कानून का में कोई भी सजा किसान को नहीं मिलनी चाहिए। इसके लिए कैसे आप इसमें संशोधन करेंगे वो। और चौथा बिजली कानून है। बिजली कानून भी बहुत चीजों के बारे में है। हमारा सिंपली ये कहना है, इस बिजली कानून से किसान को जहां जहां सस्ती बिजली मिलती है, पंजाब में तो फ्री मिलती है, बाकी जगह सस्ती मिलती है, किसान की सस्ती बिजली पे कोई असर इस कानून से ना पड़े, उसके लिए हम चर्चा करें। तो आपके किसान साथियों ने कल 4 बिंदु का आइटम बना के भेज दिया है। पहली बार इस देश में किसान मीटिंग का एजेंडा तय कर रहे हैं कि मीटिंग क्या होगी हम बता रहे हैं। और हमने ये भी कह दिया इस क्रम में होगी, ये नहीं कि पहले बिजली वाले कानून की चर्चा हो, सबसे पहले 3 कानूनों को रद्द करने की प्रक्रिया के बारे में चर्चा होगी। ये बैरियर हरियाणा पुलिस के लगाए हुए, रेवाड़ी पुलिस देख रहा है, हमने नहीं रोकी सड़क। हम तो दिल्ली जा रहे थे, कूच कर रहे थे। और ये बात मैं नहीं कह रहा हूं, सुप्रीम कोर्ट ने कहा। जब एक वकील साहब ज्यादा फुदक रहे थे कि जी किसानों ने रास्ता रोक रखा है, सुप्रीम कोर्ट ने कहा अच्छा बैरियर किसानों ने लगाए हैं क्या? बैरियर तो किसने लगाए हुए हैं भाई?
रेवाड़ी पुलिस का बैरियर है भाई, मेरा वही बैरियर है। इसी तरह से 30 तारीख को किसान वहां पे कुंडली बॉर्डर जो है, सिंगू बॉर्डर इस तरफ है, उधर उसको कुंडली बॉर्डर बोलते हैं। कुंडली बॉर्डर वाली साइड से केएमपी पे जो वेस्टर्न एक्सप्रेस वे बना है उसके ऊपर चढ़ेंगे, कूच करेंगे। अगर उन्हें कूच करने दिया गया तो वो टिकरी तक आएंगे, टिकरी वाले साथी हमारे तक आएंगे। अगर नहीं करने दिया, जिस सड़क पे जहां रोकेंगे वहीं तंबू डेरा लगा के बैठ जाएंगे, पर आगे सरकार जाएगी। 7 डेरा लग जाएगा। और आखिरी छोटा सा फैसला हुआ है बड़े बड़े शहर में रहने वाले लोगों के लिए। सब लोग 31 तारीख को हैप्पी न्यू ईयर मनाते हैं। 31 तारीख की रात को न्यू ईयर मनता है जी। 1 तारीख को नए साल की शुरुआत होती है। तो हमने सब शहरी लोगों को दावत दी है कि 1 तारीख को आके हैप्पी न्यू ईयर आप हमारे साथ बिताओ। किसानों को उस दिन स्पेशल लंगर होगा। हमारे गुड़गांव से, दिल्ली से साथी आएंगे, उनको अपने मक्की की रोटी खिलाएंगे। हमारे इधर वाले साथी बाजरा की रोटी खिलाएंगे। उनको किसान की रोटी वो हमारे पास आएंगे, उन्हें खिलाएंगे। पूरे देश में किसान मोर्चों में हम शहरी लोगों को जोड़ेंगे, क्योंकि वो भी हमारे दोस्त हैं। सब लोग आएंगे, हैप्पी न्यू ईयर हम सब मिलकर मनाएंगे। और अगर 1 तारीख तक ये मामला नहीं सुलझता है, वैसे तो सुलझ जाना चाहिए। 2020 में इस देश में बहुत दुख हुआ, पूरा दुनिया को भी बहुत दुख हुआ। तो 2020 के साथ साथ हमारा दुख भी खत्म हो जाए तो बहुत अच्छी बात है। अगर नहीं हुआ तो 1 जनवरी को किसान आगू, किसान संगठन सब लोग मिलके एक बहुत बड़ी घोषणा करने वाले हैं। 1 तारीख तक वेट करेंगे। 1 तारीख को बहुत बड़ी घोषणा करेंगे। कुछ ऐसा काम जो 70 साल से इस देश में नहीं हुआ है, ऐसे आंदोलन की घोषणा की जाएगी 1 तारीख। ਉਹਨਾਂ ਆਪਣੇ ਖਾਲਸੇ ਵੀਰ ਲੈ ਕੇ ਆਏ ਨੇ, ਹਵਾਮ ਲੈ ਕੇ ਆਏ ਨੇ, ਹਵਾਮਾਂ ਦੀ ਸੇਵਾ ਗਰਮ ਪਾਣੀ ਵਾਸਤੇ। ਕਿਹੜੀ ਜਗ੍ਹਾ ਤੋਂ? ਫਤਿਹ ਜੀ, ਕਿਹੜੀ ਜਗ੍ਹਾ ਤੋਂ ਆਏ ਵੀਰ ਜੀ? ਪਿੱਪਲ ਕੋਟੀ ਗੁਰਦੁਆਰਾ ਸੁਖਸਾਗਰ ਸਾਹਿਬ, ਹੇਮਕੁੰਟ ਸਾਹਿਬ ਤੋਂ ਆਏ ਜੀ। ਹੇਮਕੁੰਟ ਸਾਹਿਬ ਤੋਂ? ਹਾਂਜੀ, ਪਿੱਪਲ ਕੋਟੀ ਗੁਰਦੁਆਰਾ ਸੁਖਸਾਗਰ ਸਾਹਿਬ। ਠੀਕ ਹੈ। ਰਾਜ ਪੈਂਦਾ ਹੇਮਕੁੰਟ ਸਾਹਿਬ ਤੋਂ 50 ਕਿਲੋਮੀਟਰ ਪਿੱਛੇ ਗੁਰਦੁਆਰਾ ਪੈਂਦਾ ਹੈ। ਠੀਕ ਹੈ, ਠੀਕ ਹੈ। ਉੱਥੋਂ ਲੈ ਕੇ ਆਏ ਤੁਸੀਂ? ਹਾਂਜੀ ਹਾਂਜੀ ਹਾਂਜੀ, ਸੇਵਾ ਕਰ ਰਹੇ ਹਾਂ ਅਸੀਂ। ਚਲੋ ਬਹੁਤ ਵਧੀਆ ਵਧੀਆ ਜਿੰਨੀ ਵੀ ਸੇਵਾ ਹੋ ਸਕਦੀ ਸੰਗਤ ਦੀ। ਜ਼ਰੂਰ ਜੀ, ਜ਼ਰੂਰ ਜੀ। ਆਪਾਂ ਹੁਣੀ ਸੁਣਿਆ ਜੋਗਿੰਦਰ ਯਾਦਵ ਜੀ ਨੂੰ, ਤੇ ਉਹ ਆਪਣੇ ਜਿਹੜੇ ਕਿਸਾਨ ਜਿਹੜੇ ਹੈਗੇ ਨੇ, ਜਿਹੜੇ ਦਿੱਲੀ ਦੇ ਵਿੱਚ ਬਹਿ ਕੇ ਮੀਟਿੰਗ ਕਰਦੇ ਨੇ, ਉਹਨਾਂ ਦਾ ਹਿੱਸਾ ਨੇ ਜੋਗਿੰਦਰ ਯਾਦਵ ਜੀ। ਤੇ ਹੁਣ ਤੁਹਾਨੂੰ ਇੱਕ ਮੈਂ ਬੜੇ ਵਧੀਆ ਵੀਰ ਭੈਣਾਂ ਨੇ ਸਲੋਗਨ ਲਿਖੇ ਆ, ਤੇ ਉਹਨਾਂ ਦਿਖਾਉਣਾ ਮੈਂ ਤੁਹਾਨੂੰ, ਉਹਨਾਂ ਕੋਲ ਲੈ ਕੇ ਚੱਲਦਾ। कलेक्टर और एसपी है ना, यहाँ भी जैसे आज गवर्नर और डीसी लग रहे हैं, वैसे कलेक्टर और बड़े स्लोगन लिखे हुए हैं। ऐसे ही लगाएंगे आरएसएस। हम 12 नहीं लगा दिए, आप देखे जाओ क्या होगा। ये ऐसे लगाएंगे कलेक्टर एसपी। ये कह रहे हमारे से बढ़िया कोई मैनेजमेंट जानता ही नहीं। ਵੀਰੇ ਕਿੱਥੋਂ ये ਆਏ? तो ਹਾਂਜੀ, जयपुर तो आए हैं। कितने दिन हो गए आए? आज ही अच्छा, आज ही पहुंचे थे। ठीक है वीरे। तो हमारे से बढ़िया कौन राज चलाएगा? किसी को कहेगा तू कलेक्टर बन, तू एसपी बन, तू ये बन, सारा सिस्टम सेट कर देंगे। मेन मुद्दा ये है इनका।